ਹੈਲੋ ਸਟੂਡੈਂਟਸ, ਵੈਲਕਮ ਟੂ ਮਾਈ YouTube ਚੈਨਲ। ਅੱਜ ਦਾ ਸਾਡਾ ਟੌਪਿਕ ਹੈਗਾ ਮਲੇਰੀਆ, ਜਿਸ ਦੇ ਵਿੱਚ ਅਸੀਂ ਕਰਾਂਗੇ ਮਲੇਰੀਆ ਦੀ ਡੈਫੀਨੇਸ਼ਨ, ਕਾਜ਼ਜ਼, ਸਾਈਨਮ ਸਿਮਟਮ ਐਂਡ ਮੋਡ ਆਫ ਟਰਾਂਸਮਿਸ਼ਨ, incubation period of malaria and ਮਲੇਰੀਆ ਟਰਾਂਸਮਿਸ਼ਨ ਦਾ ਜਿਹੜਾ ਸਾਈਕਲ ਹੈਗਾ ਉਹ ਵੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ। ਨਰਸਿੰਗ ਮੈਨੇਜਮੈਂਟ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਉਸ ਵੀਡੀਓ ਦਾ ਲਿੰਕ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜ਼ਰੂਰ ਪ੍ਰੋਵਾਈਡ ਕਰੂੰਗੀ। ਨਾਓ ਲੈਟਸ ਸਟਾਰਟ ਦਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਐਂਡ ਵੀਡੀਓ ਪੂਰੀ ਦੇਖਿਓ ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਨਾਓ ਵਟ ਇਜ਼ ਮਲੇਰੀਆ? ਮਲੇਰੀਆ ਇਜ਼ ਐਨ ਇਨਫੈਕਸ਼ੀਅਸ ਡਿਸੀਜ਼ ਕਾਸਡ ਬਾਈ ਪੈਰਾਸਾਈਟ। ਮਲੇਰੀਆ ਕੀ ਹੈਗਾ? ਇੱਕ ਇਨਫੈਕਸ਼ੀਅਸ ਡਿਸੀਜ਼ ਹੈਗੀ ਆ ਜਿਹੜੀ ਵਨ ਪਰਸਨ ਟੂ ਅਨਦਰ ਪਰਸਨ ਹੁੰਦੀ ਆ। ਕਮਿਊਨੀਕੇਬਲ ਡਿਸੀਜ਼ ਹੈਗੀ ਆ ਇੱਕ, ਜਿਹੜੀ ਇਨਫੈਕਸ਼ਨ ਆਪਾਂ ਨੂੰ ਕੌਜ਼ ਕਰਦੀ ਹੈਗੀ ਆ। ਪੈਰਾਸਾਈਟ ਦੇ ਥਰੂ ਕੌਜ਼ ਕੀਤੀ ਜਾਂਦੀ ਆ ਅਤੇ ਪਲਾਜ਼ਮੋਡੀਅਮ ਦੇ ਥਰੂ ਵਿਚ ਇਨਫੈਕਟਸ ਰੈੱਡ ਬਲੱਡ ਸੈੱਲ, ਜਿਹੜੀ ਕਾਹਦੇ 'ਤੇ ਪ੍ਰਭਾਵ ਪਾਉਂਦੀ ਹੈਗੀ ਆ? ਰੈੱਡ ਬਲੱਡ ਸੈੱਲਸ 'ਤੇ। ਆਪਣੇ ਜਿਹੜੇ ਬਲੱਡ ਦੇ ਉੱਪਰ RBC ਹੁੰਦੇ ਆ, ਬਲੱਡ ਦੇ ਵਿੱਚ ਮੌਜੂਦ ਹੁੰਦੇ ਆ, ਉਹਨਾਂ ਦੇ ਉੱਪਰ ਇਹ ਇਫੈਕਟ ਪਾਉਂਦੀ ਆ। ਮਲੇਰੀਆ ਇਜ਼ ਟਰਾਂਸਮਿਟਡ ਬਾਏ ਇਨਫੈਕਟਡ ਫੀਮੇਲ ਐਨੋਫਿਲੀਜ਼ ਮੋਸਕੀਟੋ। ਜਿਹੜਾ ਮਲੇਰੀਆ ਹੈਗਾ ਸਾਨੂੰ ਆਮ ਤੌਰ 'ਤੇ ਪਤਾ ਹੈਗਾ ਵੀ ਮੱਛਰ ਦੁਆਰਾ ਜਿਹੜਾ ਫੈਲਾਇਆ ਜਾਂਦਾ। ਮੱਛਰ ਦਾ ਨਾਮ ਕੀ ਹੁੰਦਾ? ਫੀਮੇਲ ਮੱਛਰ ਹੁੰਦਾ। ਐਨੋਫਿਲੀਜ਼ ਨਾਮ ਹੁੰਦਾ ਇਹਦਾ। ਪੀਪਲ ਵਿਦ ਮਲੇਰੀਆ ਆਫਟਨ ਐਕਸਪੀਰੀਅੰਸ, ਜਿਹੜੇ ਪੀਪਲਸ ਨੂੰ ਮਲੇਰੀਆ ਹੁੰਦਾ ਉਹਨਾਂ ਨੂੰ ਕੀ ਸਿੰਪਟਮ ਸ਼ੋ ਹੁੰਦੇ ਆ? ਚਿਲਜ਼ ਵਿਦ ਫੀਵਰ, ਫਲੂ ਲਾਈਕ ਇਲਨੈਸ, ਮਤਲਬ ਕਿ ਖੰਘ ਜ਼ੁਕਾਮ ਹੁੰਦੀ ਆ। ਮਲੇਰੀਆ ਇਜ਼ ਕਾਜ਼ਡ ਬਾਈ ਪੈਰਾਸਾਈਟ ਨੋਨ ਐਜ਼, ਜਿਹੜਾ ਮਲੇਰੀਆ ਹੈਗਾ ਵੈਸੇ ਤਾਂ ਕਾਮਨਲੀ ਜਿਹੜਾ ਪਲਾਜ਼ਮੋਡੀਅਮ ਦੁਆਰਾ ਸਪਰੈਡ ਕੀਤਾ ਜਾਂਦਾ, ਪਰ ਜਿਹੜਾ ਇਹ ਪਲਾਜ਼ਮੋਡੀਅਮ ਹੈਗਾ ਇਹ ਵੀ ਕਈ ਪ੍ਰਕਾਰ ਦਾ ਹੁੰਦਾ, ਜਿੱਦਾਂ ਕਿ ਪਲਾਜ਼ਮੋਡੀਅਮ ਵਾਈਵੈਕਸ, ਪਲਾਜ਼ਮੋਡੀਅਮ ਫੈਲਸੀਪਾਰਮ, ਪਲਾਜ਼ਮੋਡੀਅਮ ਮੈਲਾਰਾਈ, ਪਲਾਜ਼ਮੋਡੀਅਮ ਓਵੇਲ ਅਤੇ ਪਲਾਜ਼ਮੋਡੀਅਮ ਨੋਵੈਲਸੀ। ਜਿਹੜਾ ਪਲਾਜ਼ਮੋਡੀਅਮ ਨੋਵੈਲਸੀ ਹੈਗਾ ਇਹ ਨਿਊ ਫਾਈਂਡ ਹੋਇਆ ਹੈਗਾ। ਪਹਿਲਾਂ ਜਿਹੜੇ 4 ਪਲਾਜ਼ਮੋਡੀਅਮ ਹੁੰਦੇ ਸੀਗੇ। ਜਿਹੜਾ ਪਲਾਜ਼ਮੋਡੀਅਮ ਵਾਈਵੈਕਸ ਹੈਗਾ ਇਹ ਕਾਮਨਲੀ ਮਲੇਰੀਆ ਕੌਜ਼ ਕਰਦਾ ਹੈਗਾ ਇਹ, ਪਰ ਜਿਹੜਾ ਆਪਣੇ ਇੰਡੀਆ ਵਿੱਚ ਹੈਗਾ ਪਲਾਜ਼ਮੋਡੀਅਮ ਫੈਲਸੀਪਾਰਮ ਜਿਹੜਾ ਹੈਗਾ ਕਾਜ਼ਟਿਵ ਏਜੰਟ ਮੰਨਿਆ ਜਾਂਦਾ ਹੈਗਾ ਮਲੇਰੀਆ। ਤਾਂ ਆਮ ਤੌਰ 'ਤੇ ਜਿਹੜਾ ਇਹੀ ਪਲਾਜ਼ਮੋਡੀਅਮ ਪ੍ਰੈਜ਼ੈਂਟ ਹੁੰਦਾ ਹੈਗਾ। ਠੀਕ ਹੈ, ਤਾਂ ਡੈਫੀਨੇਸ਼ਨ ਕਲੀਅਰ ਹੋ ਗਈ ਹੋਊਗੀ। ਰਿਪੀਟ ਕਰਦੇ ਹਾਂ, ਮਲੇਰੀਆ ਕੀ ਹੈਗਾ? ਇਨਫੈਕਸ਼ੀਅਸ ਡਿਸੀਜ਼ ਹੈਗੀ ਆ, ਕਮਿਊਨੀਕੇਬਲ ਡਿਸੀਜ਼ ਹੈਗੀ ਆ, ਵਨ ਪਰਸਨ ਟੂ ਅਨਦਰ ਪਰਸਨ ਸਪਰੈਡ ਹੁੰਦੀ ਆ ਥਰੂ ਦਾ ਮੋਸਕੀਟੋ। ਠੀਕ ਹੈ, ਵੈਸੇ ਇਹ ਕਫ ਦੇ ਥਰੂ ਵੀ ਏਅਰਬੋਰਨ ਡਿਸੀਜ਼ ਵੀ ਹੈਗੀ ਆ, ਕਫ ਦੇ ਥਰੂ ਵੀ ਸਪਰੈਡ ਹੋ ਜਾਂਦੀ, ਪਰ ਮੋਸਟਲੀ ਮੋਸਕੀਟੋ ਦੁਆਰਾ ਟਰਾਂਸਮਿਟ ਕੀਤੀ ਜਾਂਦੀ ਹੈਗੀ ਆ। ਨੈਕਸਟ ਹੈਗਾ ਇਨਕੂਬੇਸ਼ਨ ਪੀਰੀਅਡ। The incubation period in the most cases virus varies from 7 to 30 days। ਜਿਹੜਾ ਇਹ ਪਲਾਜ਼ਮੋਡੀਅਮ ਹੈਗਾ ਵੈਸੇ ਤਾਂ ਇਹਨਾਂ ਦਾ ਆਪਣਾ ਅਲੱਗ-ਅਲੱਗ ਇਨਕੂਬੇਸ਼ਨ ਪੀਰੀਅਡ ਹੈਗਾ, ਜਿੱਦਾਂ ਕਿ 12 ਡੇਜ਼ ਜਿਹੜਾ ਪਲਾਜ਼ਮੋਡੀਅਮ ਫੈਲਸੀਪਾਰਮ ਲੱਗਦਾ ਹੈਗਾ। ਠੀਕ ਹੈ, 14 ਡੇਜ਼ ਦਾ ਜਿਹੜਾ ਇਨਕੂਬੇਸ਼ਨ ਪੀਰੀਅਡ ਹੈਗਾ ਪਲਾਜ਼ਮੋਡੀਅਮ ਵਾਈਵੈਕਸ ਐਂਡ ਓਵੇਲ ਦਾ ਹੈਗਾ। ਪਰ ਮੋਸਟਲੀ 7 ਤੋਂ 30 ਦਿਨ ਮੰਨਿਆ ਜਾਂਦਾ ਹੈਗਾ, ਜਾਂ 2 ਵੀਕ ਲਾ ਲਓ ਹੈ ਨਾ। 7 ਤੋਂ 14 ਡੇਜ਼ ਆਪਣੇ ਆਮ ਮੰਨਿਆ ਜਾਂਦਾ ਹੈਗਾ ਇਹਦਾ ਇਨਕੂਬੇਸ਼ਨ ਪੀਰੀਅਡ। ਨੈਕਸਟ ਹੈਗਾ ਕਾਜ਼ਜ਼ ਆਫ ਮਲੇਰੀਆ। ਮਲੇਰੀਆ ਦਾ ਕੀ ਕਾਰਨ ਹੈਗਾ? ਮਲੇਰੀਆ ਇਜ਼ ਕਾਜ਼ਡ ਬਾਏ ਸਿੰਗਲ ਕਾਲਡ ਪੈਰਾਸਾਈਟ ਆਫ ਦਾ ਜੀਨਸ ਪਲਾਜ਼ਮੋਡੀਅਮ। ਵੈਸੇ ਤਾਂ ਮਲੇਰੀਆ ਦਾ ਮੇਨ ਕਾਜ਼ ਜਿਹੜਾ ਹੈਗਾ ਮੋਸਕੀਟੋ ਨੂੰ ਮੰਨਿਆ ਜਾਂਦਾ ਹੈਗਾ ਵੀ ਮੱਛਰ ਦੁਆਰਾ ਇਹ ਫੈਲਾਇਆ ਜਾਂਦਾ ਹੈ ਨਾ। ਦਾ ਪੈਰਾਸਾਈਟ ਇਜ਼ ਮੇਨਲੀ ਟਰਾਂਸਮਿਟਡ ਟੂ ਹਿਊਮਨ ਥਰੂ ਮੋਸਕੀਟੋ ਬਾਈਟ। ਜਿਹੜਾ ਪੈਰਾਸਾਈਟ ਹੈਗਾ ਪਲਾਜ਼ਮੋਡੀਅਮ ਹੈਗਾ ਹੈ ਨਾ, ਉਹ ਮੇਨਲੀ ਤਾਂ ਮੋਸਕੀਟੋ ਜਦੋਂ ਆਪਾਂ ਨੂੰ ਬਾਈਟ ਕਰਦਾ ਉਹਦੇ ਥਰੂ ਸਪਰੈਡ ਕੀਤਾ ਜਾਂਦਾ ਹੈਗਾ। ਅਦਰ ਕਾਜ਼ਜ਼ ਕੀ ਹੈਗੇ ਆ? HIV ਪੋਜ਼ੀਟਿਵ, ਮਦਰ ਟੂ ਚਾਈਲਡ ਟਰਾਂਸਮਿਸ਼ਨ। ਜੇਕਰ ਇੱਕ ਮਦਰ ਨੂੰ ਮਲੇਰੀਆ ਹੈਗਾ ਤਾਂ ਉਹਦਾ ਜਿਹੜਾ ਪਲਾਜ਼ਮੋਡੀਅਮ ਹੈਗਾ ਉਹ ਫੀਟਸ ਦੇ ਥਰੂ ਟਰਾਂਸਮਿਟ ਹੋ ਜਾਊਗਾ। ਵਿਜ਼ਿਟਿੰਗ ਰੀਜ਼ਨਸ ਵਿਦ ਮਲੇਰੀਆ, ਉੱਥੇ ਉਹਨਾਂ ਰੀਜ਼ਨਸ ਦੇ ਵਿੱਚ ਜਾਣਾ ਜਿੱਥੇ ਮਲੇਰੀਆ ਜ਼ਿਆਦਾ ਹੋਣ ਦੇ ਚਾਂਸਿਸ ਹੈਗੇ ਆ। ਮਾਲ ਨਿਊਟ੍ਰੀਸ਼ਨ, ਜਾਂ ਜਿਹੜੇ ਬੱਚਿਆਂ ਨੂੰ ਜਾਂ ਕਿਸੇ ਨੂੰ ਵੀ ਮਾਲ ਨਿਊਟ੍ਰੀਸ਼ਨ ਹੈਗਾ ਉਹਨਾਂ ਨੂੰ ਵੀ ਜ਼ਿਆਦਾ ਚਾਂਸਿਸ ਹੁੰਦੇ ਹੈਗੇ ਆ ਮਲੇਰੀਆ ਹੋਣ ਦੇ। ਨੈਕਸਟ ਹੈਗੇ ਆ ਮਲੇਰੀਆ ਟਰਾਂਸਮਿਸ਼ਨ ਸਾਈਕਲ।
ਇਟ ਹੈਵ 3 ਸਟੇਜਸ। ਜਿਹੜੀਆਂ ਮਲੇਰੀਆ ਟਰਾਂਸਮਿਸ਼ਨ ਦੀਆਂ 3 ਸਾਈਕਲਸ ਦੀਆਂ 3 ਸਟੇਜਸ ਹੁੰਦੀਆਂ। ਫਸਟ ਹੈਗੀ ਆ ਪ੍ਰੀ ਇਰੀਥਰੋਸਾਈਟਿਕ ਸਟੇਜ। ਇਰੀਥਰੋਸਾਈਟ ਹੁੰਦੇ ਆ RBC ਮਤਲਬ ਕਿ ਬਲੱਡ ਸੈਲਸ ਹੈ ਨਾ। ਸੈਕਿੰਡ ਹੈਗੀ ਆ ਇਰੀਥਰੋਸਾਈਟਿਕ ਸਟੇਜ। ਥਰਡ ਹੈਗੀ ਆ ਜੀਮੈਟਰੀਓਜੋਨੀ ਸਟੇਜ। ਫਸਟ ਹੈਗੇ ਪ੍ਰੀ ਮਤਲਬ ਕਿ ਪਹਿਲਾਂ, ਇਰੀਥਰੋਸਾਈਟਿਕ ਮਤਲਬ ਜਿੰਨਾ ਚਿਰ ਜਿਹੜਾ ਪਲਾਜ਼ਮੋਡੀਅਮ ਹੈਗਾ RBC ਦੇ ਅੰਦਰ ਐਂਟਰ ਨਹੀਂ ਕਰਦਾ ਹੈ ਨਾ, ਉਹਨੂੰ ਕਹਿੰਦੇ ਆ ਪ੍ਰੀ ਮਤਲਬ ਪਹਿਲਾਂ ਵਾਲੀ ਸਟੇਜ। ਸੈਕਿੰਡ ਹੈਗੀ ਆ ਇਰੀਥਰੋਸਾਈਟਿਕ, ਜਦੋਂ ਆਪਣੇ ਬਲੱਡ ਦੇ ਵਿੱਚ RBC ਦੀ ਡਿਸਟਰਕਸ਼ਨ ਕਰਨੀ ਸ਼ੁਰੂ ਕਰ ਦਿੰਦਾ ਪਲਾਜ਼ਮੋਡੀਅਮ ਹੈ ਨਾ, ਉਹਨੂੰ ਕਹਿੰਦੇ ਆ ਇਰੀਥਰੋਸਾਈਟਿਕ ਸਟੇਜ। ਥਰਡ ਹੈਗੀ ਆ ਜਿਹੜੀ ਜਦੋਂ ਇੱਕ ਜਿਹੜਾ ਇਨਫੈਕਟਡ ਪਰਸਨ ਹੈਗਾ ਜਿਹਨੂੰ ਮਲੇਰੀਆ ਹੈਗਾ, ਉਹਨੂੰ ਕਿਸੇ ਮੋਸਕੀਟੋ ਨੇ ਆ ਕੇ ਬਾਈਟ ਕੀਤਾ ਤਾਂ ਉਹਦੇ ਬਲੱਡ ਵਿੱਚੋਂ ਉਹਨੇ ਪਲਾਜ਼ਮੋਡੀਅਮ ਲੈ ਲਿਆ ਹੈ ਨਾ, ਤਾਂ ਫਿਰ ਹੋਰ ਪਰਸਨ ਨੂੰ ਜਾ ਕੇ ਇਨਫੈਕਟਡ ਕਰਤਾ ਉਸੇ ਜਿਹੜਾ ਮੱਛਰ ਸੀਗਾ ਉਹਨੇ ਹੈ ਨਾ, ਅਤੇ ਉਹਨੂੰ ਕਹਿੰਦੇ ਆ ਜੀਮੈਟਰੀਓਜਨੀ ਸਟੇਜ। ਠੀਕ ਹੈ, ਤਾਂ ਇੱਥੋਂ ਤੁਹਾਨੂੰ ਜ਼ਰੂਰ ਕਲੀਅਰ ਹੋਊਗਾ। ਫਸਟ ਹੈਗਾ ਮੋਸਕੀਟੋ ਬਾਈਟ, ਜਦੋਂ ਆਪਾਂ ਨੂੰ ਕਿਸੇ ਮੋਸਕੀਟੋ ਨੇ ਆ ਕੇ ਬਾਈਟ ਕੀਤਾ ਹੈ ਨਾ, ਪਲਾਜ਼ਮੋਡੀਅਮ ਐਂਟਰ ਇਨਟੂ ਬੋਡੀ, ਜਿਹੜਾ ਪਲਾਜ਼ਮੋਡੀਅਮ ਹੈਗਾ ਆਪਣੀ ਬੋਡੀ ਦੇ ਵਿੱਚ ਐਂਟਰ ਹੋ ਗਿਆ। ਠੀਕ ਹੈ, ਐਂਡ ਗੋਜ਼ ਟੂ ਲੀਵਰ ਸੈੱਲ, ਫਿਰ ਉਹ ਲੀਵਰ ਸੈੱਲਸ ਦੇ ਵਿੱਚ ਚਲਾ ਜਾਂਦਾ। ਜਿਹੜੀ ਇੱਥੋਂ ਤੱਕ ਸਟੇਜ ਸੀਗੀ ਹੈ ਨਾ, ਫਸਟ ਸਟੇਜ ਸੀਗੀ ਪ੍ਰੀ ਇਰੀਥਰੋਸਾਈਟਿਕ ਸਟੇਜ। ਜਦੋਂ ਲੀਵਰ ਸੈੱਲ ਦੇ ਵਿੱਚ ਜਾ ਕੇ ਉਹਨੇ ਲੀਵਰ ਸੈੱਲ ਦੇ ਵਿੱਚ ਜਿਹੜੀ ਸਪਲੀਨ ਦੇ ਵਿੱਚ ਹੈ ਨਾ RBC ਦੀ ਡਿਸਟਰਕਸ਼ਨ ਹੁੰਦੀ ਹੈਗੀ ਆ, ਉੱਥੇ ਜਾ ਕੇ ਪਲਾਜ਼ਮੋਡੀਅਮ ਨੇ ਆਪਣੀ ਆਪਦੇ ਆਪ ਨੂੰ ਡਿਵੈਲਪਡ ਕਰਕੇ ਹੈ ਨਾ ਲੀਵਰ ਦੇ ਵਿੱਚ ਸਪਲੀਨ ਦੇ ਵਿੱਚ RBC ਦੀ ਡਿਸਟਰਕਸ਼ਨ ਕਰਨੀ ਸ਼ੁਰੂ ਕਰ ਦਿੱਤੀ ਹੈ ਨਾ। ਤਾਂ ਫਿਰ ਜਦੋਂ ਬਲੱਡ ਦੇ ਵਿੱਚ ਮਿਕਸ ਹੋ ਗਿਆ, ਡਿਸਟਰਕਸ਼ਨ ਆਫ RBC ਕਰਤੀ, ਕਾਜ਼ ਬਲੱਡ ਇਨਫੈਕਸ਼ਨ, ਤਾਂ ਆਪਣੇ ਸਾਰੇ ਬਲੱਡ ਦੇ ਵਿੱਚ ਇਨਫੈਕਸ਼ਨ ਫੈਲ ਜੂ, ਪਲਾਜ਼ਮੋਡੀਅਮ ਜਿਹੜਾ ਫੈਲ ਜੂ। ਉਹ ਹੋ ਗਈ ਸੈਕਿੰਡ ਸਟੇਜ ਹੈ ਨਾ, ਇਰੀਥਰੋਸਾਈਟਿਕ ਸਟੇਜ। ਥਰਡ ਸੀਗਾ ਕੈਰੀ ਇਨਫੈਕਟਡ ਬਲੱਡ ਬਾਈ ਸੈਕਿੰਡ ਮੋਸਕੀਟੋ ਐਂਡ ਗਿਵਸ ਟੂ ਸੈਕਿੰਡ ਵੈਕਟਰ, ਜਿਹੜਾ ਆਪਣਾ ਇਨਫੈਕਟਡ ਬਲੱਡ ਸੀਗਾ ਉਹ ਸੈਕਿੰਡ ਮੋਸਕੀਟੋ ਨੇ ਆ ਕੇ ਕੈਰੀ ਕੀਤਾ ਐਂਡ ਕਿਸੇ ਹੋਰ ਵੈਕਟਰ, ਕਿਸੇ ਹੋਰ ਪਰਸਨ ਨੂੰ ਜਾ ਕੇ ਉਹਨੇ ਬਾਈਟ ਕਰਤਾ, ਤਾਂ ਉਸ ਪਰਸਨ ਨੂੰ ਵੀ ਇਨਫੈਕਟ ਕਰਤਾ। ਥਰਡ ਲਾਸਟ ਕੀ ਆ ਗਿਆ, ਕੌਜ਼ ਮਲੇਰੀਆ ਇਨ ਸੈਕਿੰਡ ਵੈਕਟਰ, ਤਾਂ ਜਿਹੜਾ ਸੈਕਿੰਡ ਪਰਸਨ ਸੀਗਾ ਉਹਨੂੰ ਵੀ ਮਲੇਰੀਆ ਹੋ ਗਿਆ। ਇਹ ਸੀਗੀਆਂ 3 ਸਟੇਜਸ। ਠੀਕ ਹੈ, ਨੈਕਸਟ ਹੈਗਾ ਸਾਈਨ ਸਿਮਟਮ ਆਫ ਮਲੇਰੀਆ। ਸਾਈਨ ਸਿਮਟਮ ਕੀ ਹੁੰਦੇ ਆ ਮਲੇਰੀਆ ਦੇ? ਫੀਵਰ ਕਿਉਂ ਹੋਊਗਾ? ਕਿਉਂਕਿ ਆਪਣੇ ਬਲੱਡ ਦੇ ਵਿੱਚ ਜਿਹੜੀ ਇਨਫੈਕਸ਼ਨ ਸਾਰੀ ਫੈਲ ਚੁੱਕੀ ਹੈਗੀ ਹੈ, ਤਾਂ ਕਰਕੇ ਫੀਵਰ ਹੋਊਗਾ। ਸ਼ੇਕਿੰਗ ਚਿਲਸ, ਜਿਹਨੂੰ ਸੀਵੀਅਰ ਚਿਲਸ ਹੁੰਦੇ ਆ। ਠੀਕ ਹੈ, ਹੈਡੇਕ ਸਿਰ ਦਰਦ, ਮਸਲ ਪੇਨ ਹੋਊਗੀ, ਫਟੀਗ ਹੋਊਗੀ, ਥਕਾਵਟ ਮਹਿਸੂਸ ਹੋਊਗੀ, ਨੋਜ਼ੀਆ ਐਂਡ ਵੋਮਿਟਿੰਗ। ਠੀਕ ਹੈ, ਚੈਸਟ ਐਂਡ ਅਬਡੋਮੀਨਲ ਪੇਨ। ਚੈਸਟ ਪੇਨ ਕਿਉਂ ਹੋਊਗਾ? ਕਿਉਂਕਿ ਚੈਸਟ ਆਪਣੇ ਇੱਥੇ ਸਪਲੀਨ ਪ੍ਰੈਜ਼ੈਂਟ ਹੁੰਦੀ ਆ ਹੈ ਨਾ ਚੈਸਟ ਦੇ ਬਿਲੋ, ਤਾਂ ਉੱਥੇ ਜਿਹੜੀ RBC ਡਿਸਟਰਕਸ਼ਨ ਹੋਊਗੀ, ਤਾਂ ਜਿਹੜੀ ਸਪਲੀਨ ਹੈਗੀ ਆ ਉਹਦਾ ਸਾਈਜ਼ ਇਨਕਰੀਜ਼ ਹੋ ਸਕਦਾ, ਕਿਉਂਕਿ ਜਿਹੜੀ RBC ਹੈਗੀ ਉਹਨੇ ਡਿਸਟਰਕਸ਼ਨ ਹੋ ਰਹੀ ਆ, ਉਹ ਉੱਥੇ ਜਮ੍ਹਾਂ ਹੋ ਰਹੇ ਹੈਗੇ ਆ ਹੈ ਨਾ। ਨੈਕਸਟ ਕਫ ਕਿਉਂ ਹੋਊਗੀ? ਕਿਉਂਕਿ RBC ਦੀ ਡਿਸਟਰਕਸ਼ਨ ਹੋ ਰਹੀ ਹੈਗੀ ਆ, ਤਾਂ ਸੈਲਜ਼ ਨੂੰ, ਟਿਸ਼ੂ ਨੂੰ, ਲੰਗਜ਼ ਨੂੰ ਪ੍ਰੋਪਰ ਜਿਹੜੀ ਆਕਸੀਜਨ ਨਹੀਂ ਮਿਲ ਰਹੀ ਹੈਗੀ, ਉਹਦੇ ਕਰਕੇ ਸਾਨੂੰ ਕਫ ਹੋਊਗੀ। ਅਨੀਮੀਆ ਕਿਉਂ ਹੋਊਗਾ? RBC ਦੀ ਡਿਸਟਰਕਸ਼ਨ ਹੋ ਰਹੀ ਆ ਪਲਾਜ਼ਮੋਡੀਅਮ ਦੇ ਕਰਕੇ ਹੈ ਨਾ, ਤਾਂ ਜਿਹੜੇ RBC ਬਣ ਤਾਂ ਰਹੇ ਹੈਗੇ ਆ ਪਰ ਉਹਨਾਂ ਦੀ ਡਿਸਟਰਕਸ਼ਨ ਹੋ ਰਹੀ ਹੈ, ਤਾਂ ਬਲੱਡ ਹੀ ਨਹੀਂ ਬਣ ਰਿਹਾ, ਤਾਂ ਕਰਕੇ ਅਨੀਮੀਆ ਹੋ ਜੂ, ਮਤਲਬ ਕਿ ਖੂਨ ਦੀ ਕਮੀ। ਠੀਕ ਹੈ, ਸਾਈਨਮ ਸਿਮਟਮ ਆਫ ਸੀਵੀਅਰ ਐਂਡ ਕੰਪਲੀਕੇਟਡ ਮਲੇਰੀਆ, ਜਦੋਂ ਮਲੇਰੀਆ ਹੈਗਾ ਜਿਹੜਾ ਬਹੁਤ ਜ਼ਿਆਦਾ ਕੰਪਲੀਕੇਟਡ ਹੋ ਜਾਂਦਾ ਹੈ ਨਾ, ਉਦੋਂ ਕੀ ਸਾਈਨਮ ਸਿਮਟਮ ਹੋਣਗੇ? ਹਾਈਪੋਗਲਾਈਸੀਮੀਆ, ਮਤਲਬ ਕਿ ਬਲੱਡ 'ਚ ਸ਼ੂਗਰ ਲੈਵਲ ਲੋ ਹੋ ਜਾਂਦਾ ਹੈਗਾ। ਫਲੂਇਡ ਇਲੈਕਟ੍ਰੋਲਾਈਟ ਐਂਡ ਐਸਿਡ ਬੇਸ ਡਿਸਟਰਬੈਂਸਸ, ਜਿਹੜੀ ਫਲੂਇਡ ਐਂਡ ਇਲੈਕਟ੍ਰੋਲਾਈਟ ਜਿਹੜਾ ਬੈਲੈਂਸ ਹੈਗਾ ਬੋਡੀ ਦੇ ਵਿੱਚ ਉਹ ਇਮਬੈਲੈਂਸ ਹੋ ਜਾਊਗਾ। ਹਾਈਪਰਪੈਰਾਈਜ਼ੀਆ, ਮਤਲਬ ਕਿ ਬਹੁਤ ਜ਼ਿਆਦਾ ਫੀਵਰ ਹੋ ਜਾਊਗਾ। ਸੀਵੀਅਰ ਅਨੀਮੀਆ ਹੋ ਜਾਊਗਾ। ਜਰਨਲਾਈਜ਼ਡ ਕਨਵਲਜ਼ਨ ਮਤਲਬ ਕਿ ਦੌਰੇ ਪੈਣਾ। ਠੀਕ ਹੈ, ਇਨਅਬਿਲਿਟੀ ਟੂ ਡਰਿੰਕ ਐਂਡ ਵੋਮਿਟਿੰਗ, ਇਨਅਬਿਲਿਟੀ ਟੂ ਸਿਟ, ਜਿਹਨੂੰ ਪ੍ਰੋਸਟ੍ਰੇਸ਼ਨ ਕਹਿੰਦੇ ਆ, ਐਂਡ ਰੀਨਲ ਫੇਲੀਅਰ ਹੋ ਜਾਊਗਾ। ਤਾਂ ਨੈਕਸਟ ਹੈਗਾ ਮੋਡ ਆਫ ਟਰਾਂਸਮਿਸ਼ਨ, ਕਿ ਜਿਹੜਾ ਮਲੇਰੀਆ ਹੈਗਾ ਕਾਹਦੇ ਥਰੂ, ਜਿਹੜਾ ਇਹਦਾ ਮੋਡ ਕੀ ਹੈਗਾ ਟਰਾਂਸਮਿਟ ਹੋਣ ਦਾ, ਫੈਲਦਾ ਕਾਹਦੇ ਥਰੂ ਆ? ਵੈਸੇ ਤਾਂ ਮੇਨਲੀ ਇਹਦਾ ਜਿਹੜਾ ਟਰਾਂਸਮਿਸ਼ਨ ਦਾ ਮੋਡ ਹੈਗਾ ਥਰੂ ਦਾ ਮੋਸਕੀਟੋ ਹੀ ਫੈਲਦਾ ਹੈਗਾ ਮੇਨਲੀ ਹੈ ਨਾ, ਪਰ ਥਰੂ ਬਾਈਟ ਆਫ ਐਨ ਇਨਫੈਕਟਡ ਫੀਮੇਲ ਮੋਸਕੀਟੋ। ਫਸਟ ਹੋ ਗਿਆ ਇਹ ਵੀ ਕਿਸੇ ਮੋਸਕੀਟੋ ਨੇ ਆਪਾਂ ਨੂੰ ਬਾਈਟ ਕੀਤਾ,
ਸੈਕਿੰਡ ਹੋ ਗਿਆ ਸ਼ੇਅਰ ਕੰਟੈਮੀਨੇਟਡ ਨੀਡਲਸ। ਜਦੋਂ ਕੋਈ ਕੰਟੈਮੀਨੇਟਡ ਨੀਡਲਸ ਹੁੰਦੀਆਂ ਇੱਕ ਪਰਸਨ ਦੇ ਆਪਾਂ ਯੂਜ਼ ਕਰਕੇ, ਇੱਕ ਪੇਸ਼ੈਂਟ ਦੇ ਯੂਜ਼ ਕਰਕੇ, ਤਾਂ ਸੇਮ ਆਪਾਂ ਸੈਕਿੰਡ ਪੇਸ਼ੈਂਟ ਦੇ ਯੂਜ਼ ਕਰਦੇ ਹਾਂ ਤਾਂ ਉਹਦੇ ਥਰੂ ਵੀ ਬਲੱਡ ਇਨਫੈਕਸ਼ਨ ਦੇ ਥਰੂ ਹੈ ਨਾ ਜਿਹੜਾ ਮਲੇਰੀਆ ਟਰਾਂਸਮਿਟ ਹੋ ਸਕਦਾ। ਨੈਕਸਟ ਹੈਗਾ ਬਲੱਡ ਟਰਾਂਸਫਿਊਜ਼ਨ। ਜਦੋਂ ਆਪਾਂ ਟਰਾਂਸਫਿਊਜ਼ਨ ਮਤਲਬ ਬਲੱਡ ਚੜਾਉਣਾ ਕਿਸੇ ਪੇਸ਼ੈਂਟ ਨੂੰ, ਆਪਾਂ ਨੂੰ ਬਲੱਡ ਦੀ ਕਮੀ ਆ ਗਈ, ਆਪਾਂ ਨੂੰ ਕਦੇ ਬਲੱਡ ਲੈਣਾ ਪੈ ਰਿਹਾ ਹੈਗਾ ਹੈ ਨਾ, ਤਾਂ ਹੋ ਸਕਦਾ ਹੈਗਾ ਕਿਸੇ ਪੇਸ਼ੈਂਟ ਨੂੰ ਪਹਿਲਾਂ ਪਰਸਨ ਨੂੰ ਪਹਿਲਾਂ ਮਲੇਰੀਆ ਹੋ ਕੇ ਹਟਿਆ ਹੋਵੇ, ਉਹਦੇ ਜਿਹੜਾ ਬਲੱਡ ਦੇ ਵਿੱਚ ਹਜੇ ਇਨਫੈਕਸ਼ਨ ਹੋਵੇ ਹੈ ਨਾ, ਤਾਂ ਉਹਦਾ ਆਪਾਂ ਨੂੰ ਬਲੱਡ ਦੇ ਦਿੱਤਾ ਜਾਵੇ, ਤਾਂ ਕਰਕੇ ਆਪਾਂ ਨੂੰ ਮਲੇਰੀਆ ਹੋ ਸਕਦਾ। ਤਾਂ ਲਾਸਟ ਹੈਗਾ ਮਦਰ ਟੂ ਫੀਟਸ, ਮਦਰ ਟੂ ਚਾਈਲਡ ਵੀ ਹੋ ਸਕਦਾ ਹੈਗਾ। ਫੀਟਸ ਦੇ ਥਰੂ, ਪਲਸੈਂਟਾ ਦੇ ਥਰੂ ਜਿਹੜਾ ਮਦਰ ਟੂ ਬੇਬੀ ਨੂੰ ਜਿਹੜਾ ਮਲੇਰੀਆ ਹੋ ਸਕਦਾ। ਜੇਕਰ ਇੱਕ ਮਦਰ ਨੂੰ ਹੈਗਾ ਤਾਂ ਬਲੱਡ ਦੇ ਥਰੂ ਜਿਹੜਾ ਬੇਬੀ ਨੂੰ ਸਾਰਾ ਨਿਊਟ੍ਰੀਸ਼ਨ ਜਾਂਦਾ ਹੈਗਾ ਹੈ ਨਾ, ਤਾਂ ਉਹਦੇ ਥਰੂ ਵੀ ਮਲੇਰੀਆ ਹੋ ਸਕਦਾ। ਫਰੈਂਡਸ, ਇਹ ਸੀਗੀ ਸਾਡੀ ਅੱਜ ਦੀ ਵੀਡੀਓ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਨੈਕਸਟ ਵੀਡੀਓ ਦੇ ਵਿੱਚ ਅਸੀਂ ਡਾਇਗਨੋਸਟਿਕ ਪ੍ਰੋਸੀਜਰ ਕਰਾਂਗੇ ਮਲੇਰੀਆ ਦਾ, ਐਂਡ ਨਰਸਿੰਗ ਮੈਨੇਜਮੈਂਟ ਅਤੇ ਮੈਡੀਕਲ ਮੈਨੇਜਮੈਂਟ ਕਰਾਂਗੇ, ਐਂਡ ਪ੍ਰੀਵੈਂਸ਼ਨ। ਉਸ ਵੀਡੀਓ ਦਾ ਲਿੰਕ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜ਼ਰੂਰ ਪ੍ਰੋਵਾਈਡ ਕਰੂੰਗੀ। ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਕਮੈਂਟ ਕਰਕੇ ਦੱਸਿਓ ਕੋਈ ਵੀ ਸੁਜੈਸ਼ਨ ਹੋਵੇ ਜਾਂ ਕੋਈ ਹੋਰ ਟੌਪਿਕ 'ਤੇ ਵੀਡੀਓ, ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ। ਥੈਂਕ ਯੂ।